ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦਾ ਇਹ ਸਤਸੰਗ ਅਸੀਂ ਇੱਕ ਛੋਟੇ ਜਿਹੇ ਸ਼ਬਦ ਤੋਂ ਸ਼ੁਰੂ ਕਰਾਂਗੇ। ਕਹਿਣ ਨੂੰ ਸ਼ਬਦ ਬੜਾ ਛੋਟਾ ਹੈ, ਪਰ ਇਹਦੇ 'ਚ ਇਸ਼ਾਰਾ ਬਹੁਤ ਬੜਾ ਹੈ, ਕਿਉਂਕਿ ਉਹ ਚੀਜ਼ ਉਦੋਂ ਆਪ ਹੀ ਬੜੀ ਹੋ ਜਾਂਦੀ ਹੈ ਜਦੋਂ ਉਹਦੇ ਵਿੱਚ ਉਸ ਬੜੇ ਦੀ ਤਰਫ ਇਸ਼ਾਰਾ ਹੁੰਦਾ ਹੈ। ਕਿਉਂਕਿ ਕਈ ਵਾਰ ਦੇਖਿਆ ਜਾਂਦਾ ਹੈ ਨਾ ਕਿ ਸੰਤਾਂ ਗੁਰੂਆਂ ਰਹਿਬਰਾਂ ਦੇ ਜੋ ਵਚਨ ਹੁੰਦੇ ਹੈ, ਉਹਨਾਂ ਵਚਨਾਂ ਦੇ ਵਿੱਚ ਉਸ ਪ੍ਰਮਾਤਮਾ, ਉਸ ਪ੍ਰਭੂ ਦੀ ਤਰਫ ਇਸ਼ਾਰਾ ਕੀਤਾ ਜਾਂਦਾ ਹੈ। ਤਾਂ ਜਦੋਂ ਇਸ਼ਾਰਾ ਬੜੇ ਦੀ ਤਰਫ ਹੁੰਦਾ ਹੈ ਤਾਂ ਉਹ ਛੋਟੀ ਚੀਜ਼ ਵੀ ਫਿਰ ਛੋਟੀ ਨਹੀਂ ਰਹਿ ਜਾਂਦੀ। ਹੁਣ ਇਹ ਸ਼ਬਦ ਜਿਸ ਦੇ ਵਿੱਚ ਇਸ਼ਾਰਾ ਕੀਤਾ ਗਿਆ ਹੈ ਕਿ ਪ੍ਰਮਾਤਮਾ ਦਾ ਵਾਸ ਕਿੱਥੇ ਹੈ, ਔਰ ਜੇ ਪ੍ਰਮਾਤਮਾ ਨੂੰ, ਪ੍ਰਭੂ ਨੂੰ ਪ੍ਰਾਪਤ ਕਰਨਾ ਹੈ ਤਾਂ ਫਿਰ ਸਾਡੇ ਜੀਵਨ 'ਚ ਕਿਸ ਚੀਜ਼ ਦਾ ਹੋਣਾ ਜ਼ਰੂਰੀ ਹੈ, ਔਰ ਅਸੀਂ ਕਿਸ ਮਾਰਗ ਤੇ ਚੱਲ ਕੇ ਉਹ ਕਿਹੜੀਆਂ ਚੀਜ਼ਾਂ ਨੂੰ ਆਪਣੇ ਅੰਦਰ ਸਾਨੂੰ ਉਤਾਰਨਾ ਪਏਗਾ, ਜਾਂ ਕਹਿ ਲਓ ਜੀਵਨ ਦੇ ਵਿੱਚ ਲਿਆਉਣਾ ਪਏਗਾ ਕਿ ਜਿਨ੍ਹਾਂ ਦੇ ਆਉਣ ਨਾਲ ਸਾਨੂੰ ਉਹ ਪ੍ਰਮਾਤਮਾ ਦੀ, ਉਹ ਪਰਮਾਨੰਦ ਦੀ ਪ੍ਰਾਪਤੀ ਹੋ ਜਾਵੇ। ਸੋ ਇਹ ਸ਼ਬਦ ਹੈ ਬੜਾ ਪਿਆਰਾ ਸ਼ਬਦ, ਜਿਸ ਦੇ ਵਿੱਚ ਇਸ਼ਾਰਾ ਹੋਇਆ ਹੈ ਪ੍ਰਮਾਤਮਾ ਦੀ ਤਰਫ। ਔਰ ਕੀ ਹੈ ਸ਼ਬਦ? ਹੁਣ ਜ਼ਰਾ ਧਿਆਨ ਦੇਣਾ, ਇੱਕ ਇੱਕ ਲਫ਼ਜ਼ ਨੂੰ ਸਮਝਣਾ, ਕਿਉਂਕਿ ਇਹਨੂੰ ਸਮਝ ਕੇ ਹੀ ਤੁਸੀਂ ਉਹ ਆਨੰਦ ਦੀ ਚਾਬੀ ਨੂੰ ਪਾ ਲਓਗੇ, ਆਨੰਦ ਦੀ ਕੁੰਜੀ ਨੂੰ ਪਾ ਲਓਗੇ। ਸੋ ਸ਼ਬਦ ਹੈ ਕਿ ਪ੍ਰਮਾਤਮਾ ਨੂੰ, ਉਸ ਪ੍ਰਭੂ ਨੂੰ ਕਿਸੇ ਨੇ ਪੁੱਛਿਆ ਕਿ ਐ ਪ੍ਰਭੂ ਤੂੰ ਕਿੱਥੇ ਰਹਿੰਦਾ ਹੈ, ਤੇਰਾ ਵਾਸ ਕਿੱਥੇ ਹੈ, ਔਰ ਅਗਰ ਤੈਨੂੰ ਪ੍ਰਾਪਤ ਕਰਨਾ ਹੋਵੇ, ਅਗਰ ਤੈਨੂੰ ਮਿਲਣਾ ਹੋਵੇ ਤਾਂ ਅਸੀਂ ਤੈਨੂੰ ਕਿੱਥੇ ਮਿਲ ਸਕਦੇ ਹਾਂ? ਜ਼ਰਾ ਹੁਣ ਸਮਝਣਾ, ਤੂੰ ਰਹਿੰਦਾ ਕਿੱਥੇ ਹੈ, ਐ ਪ੍ਰਮਾਤਮਾ ਤੇਰਾ ਵਾਸ ਕਿੱਥੇ ਹੈ, ਅਗਰ ਤੈਨੂੰ ਮਿਲਣਾ ਹੋਵੇ, ਤੈਨੂੰ ਪ੍ਰਾਪਤ ਕਰਨਾ ਹੋਵੇ ਤਾਂ ਅਸੀਂ ਤੈਨੂੰ ਕਿੱਥੇ ਮਿਲ ਸਕਦੇ ਹਾਂ, ਕਿੱਦਾਂ ਤੈਨੂੰ ਪ੍ਰਾਪਤ ਕਰ ਸਕਦੇ ਹਾਂ? ਜਿਸ ਵੇਲੇ ਇੱਕ ਫਕੀਰ ਨੇ, ਇੱਕ ਸੰਤ ਨੇ ਪ੍ਰਮਾਤਮਾ ਨੂੰ ਪੁੱਛਿਆ ਤਾਂ ਫਿਰ ਪ੍ਰਮਾਤਮਾ ਨੇ ਕੀ ਜਵਾਬ ਦਿੱਤਾ? ਹੁਣ ਇਹ ਜੋ ਇਸ ਸ਼ਲੋਕ ਅੰਦਰ ਹੈ, ਸ਼ਬਦ ਦੇ ਅੰਦਰ ਹੈ, ਇਹ ਪ੍ਰਮਾਤਮਾ ਦਾ ਜਵਾਬ ਹੈ ਜੋ ਅੱਜ ਤੁਹਾਡੇ ਤੱਕ ਪਹੁੰਚ ਰਿਹਾ ਹੈ। ਕਿ ਪ੍ਰਮਾਤਮਾ ਨੇ ਦੱਸਿਆ ਕਿ ਮੈਂ ਵਸਦਾ ਕਿੱਥੇ ਹਾਂ, ਮੈਂ ਰਹਿੰਦਾ ਕਿੱਥੇ ਹਾਂ, ਮੈਂ ਕਿੱਥੇ ਮੌਜੂਦ ਹਾਂ, ਔਰ ਅਗਰ ਮੈਨੂੰ ਮਿਲਣਾ ਹੈ ਤਾਂ ਤੁਸੀਂ ਕਿੱਥੇ ਆ ਕੇ ਮੈਨੂੰ ਮਿਲ ਸਕਦੇ ਹੋ, ਕਿੱਦਾਂ ਤੁਹਾਡੀ ਮੇਰੇ ਨਾਲ ਮੁਲਾਕਾਤ ਹੋ ਸਕਦੀ ਹੈ। ਇਹ ਸਾਰੀਆਂ ਚੀਜ਼ਾਂ ਦਾ ਖੁਲਾਸਾ ਇਸ ਛੋਟੇ ਜਿਹੇ ਸ਼ਬਦ ਅੰਦਰ ਹੈ। ਹੁਣ ਸ਼ਬਦ ਨੂੰ ਸਮਝਣਾ ਕਿ ਜਦੋਂ ਇਹ ਫਕੀਰ ਨੇ ਪੁੱਛਿਆ ਤਾਂ ਫਿਰ ਉਸ ਵੇਲੇ ਪ੍ਰਮਾਤਮਾ ਨੇ ਕੀ ਜਵਾਬ ਦਿੱਤਾ? ਜਦੋਂ ਪੁੱਛਿਆ ਤੂੰ ਰਹਿੰਦਾ ਕਿੱਥੇ ਹੈ, ਤਾਂ ਪ੍ਰਮਾਤਮਾ ਨੇ ਕੀ ਦੱਸਿਆ ਕਿ ਪ੍ਰੇਮ ਹੀ ਮੇਰਾ ਅਰਸ਼ ਹੈ। ਮੇਰਾ ਅਰਸ਼ ਕਿਹੜਾ ਹੈ? ਅਰਸ਼ ਕਹਿ ਦਿੰਦੇ ਹੈ ਆਸਮਾਨ ਨੂੰ। ਜਦੋਂ ਕੋਈ ਕਹਿ ਦਿੰਦਾ ਨਾ ਕਿ ਪ੍ਰਮਾਤਮਾ ਉਹ ਆਸਮਾਨ ਤੇ ਹੈ, ਕਹਿ ਦਿੰਦੇ ਨਾ ਕਈ, ਪ੍ਰਮਾਤਮਾ ਕਿੱਥੇ? ਪ੍ਰਮਾਤਮਾ ਤਾਂ ਉਹ ਉੱਪਰ ਆਸਮਾਨ ਤੇ ਰਹਿੰਦਾ ਹੈ। ਹੁਣ ਪ੍ਰਮਾਤਮਾ ਨੂੰ ਪੁੱਛਿਆ ਪ੍ਰਮਾਤਮਾ ਤੂੰ ਰਹਿੰਦਾ ਕਿੱਥੇ ਹੈ, ਤਾਂ ਪ੍ਰਮਾਤਮਾ ਨੇ ਆਸਮਾਨ ਦੀ ਗੱਲ ਕੀਤੀ, ਅਰਸ਼ ਦੀ ਗੱਲ ਕੀਤੀ, ਪਰ ਇਹ ਅਰਸ਼ ਉਹ ਨਹੀਂ ਹੈ। ਇਹ ਅਰਸ਼ ਕਿਹੜਾ ਹੈ? ਉਹਨਾਂ ਨੇ ਕਿਹਾ ਪ੍ਰੇਮ ਹੀ ਮੇਰਾ ਅਰਸ਼ ਹੈ, ਪ੍ਰੇਮ ਹੀ ਮੇਰਾ ਸਥਾਨ। ਔਰ ਮੈਂ ਕਿਹੜੇ ਸਥਾਨ ਤੇ ਰਹਿੰਦਾ ਹਾਂ, ਮੈਂ ਕਿਹੜੀ ਜਗ੍ਹਾ ਰਹਿੰਦਾ ਹਾਂ। ਜਿੱਦਾਂ ਤੁਸੀਂ ਕਿਸੇ ਨੂੰ ਪੁੱਛਦੇ ਹੋ ਨਾ, ਭਾਈ ਤੂੰ ਕਿਹੜੇ ਸਥਾਨ ਤੇ ਰਹਿੰਦਾ ਹੈ, ਕਿਹੜੀ ਜਗ੍ਹਾ ਰਹਿੰਦਾ ਹੈ, ਤਾਂ ਫਿਰ ਤੁਸੀਂ ਜਦੋਂ ਕਿਸੇ ਨੂੰ ਪੁੱਛਦੇ ਹੋ ਤਾਂ ਅਗਲਾ ਜਿੱਥੇ ਰਹਿੰਦਾ ਹੈ ਉਹਦਾ ਪਤਾ ਦੱਸਦਾ ਹੈ ਕਿ ਮੈਂ ਫਲਾਣੇ ਪਿੰਡ ਜਾਂ ਫਲਾਣੇ ਸ਼ਹਿਰ, ਫਲਾਣੇ ਦੇਸ਼ ਵਿੱਚ ਰਹਿੰਦਾ ਹਾਂ ਮੈਂ। ਇਸੇ ਤਰ੍ਹਾਂ ਪ੍ਰਮਾਤਮਾ ਨੇ ਆਪਣਾ ਅਸਥਾਨ ਕਿਹਨੂੰ ਕਿਹਾ ਕਿ ਮੇਰਾ ਸਥਾਨ, ਕਿਹੜੀ ਜਗ੍ਹਾ ਮੈਂ ਬਸਦਾ ਹਾਂ, ਕਿਹੜੀ ਜਗ੍ਹਾ ਮੈਂ ਰਹਿੰਦਾ ਹਾਂ, ਤਾਂ ਫਿਰ ਕੀ ਕਿਹਾ ਕਿ ਪ੍ਰੇਮ ਹੀ ਮੇਰਾ ਅਰਸ਼ ਹੈ, ਪ੍ਰੇਮ ਹੀ ਮੇਰਾ ਸਥਾਨ। ਜਹਾਂ ਪ੍ਰੇਮ ਤਹਾਂ ਮੈਂ ਵਸੂੰ, ਆਪ ਕਹੇ ਰਹਿਮਾਨ। ਕਹਿੰਦੇ ਇਹ ਗੱਲ ਉਹ ਰਹਿਮਾਨ ਯਾਨੀ ਪ੍ਰਮਾਤਮਾ ਪ੍ਰਭੂ ਨੇ ਆਪ ਦੱਸੀ ਹੈ, ਆਪ ਕਿਹਾ ਹੈ ਉਸ ਰਹਿਮਾਨ ਨੇ, ਉਸ ਪ੍ਰਮਾਤਮਾ ਨੇ, ਉਸ ਪ੍ਰਭੂ ਨੇ ਕਿ ਜਹਾਂ ਪ੍ਰੇਮ ਤਹਾਂ ਮੈਂ ਬਸੂੰ, ਆਪ ਕਹੇ ਰਹਿਮਾਨ, ਕਿ ਜਿੱਥੇ ਪ੍ਰੇਮ ਹੈ ਮੈਂ ਉੱਥੇ ਵਸਦਾ। ਹੁਣ ਜ਼ਰਾ ਸਮਝਣਾ ਕਿ ਜੇ ਅਸੀਂ ਉਸ ਪ੍ਰਮਾਤਮਾ ਨੂੰ ਪਾਣਾ ਹੈ, ਉਸ
परमात्मा नाल मुलाकात करनी है, ਉਹਨੂੰ अपना बनाना है या आप ਉਹਦੇ ਬਣਨਾ है, ਤਾਂ ਸਾਨੂੰ ਕਿੱਥੇ ਪਹੁੰਚਣਾ ਪਏਗਾ? ਸਾਨੂੰ ਕਿਹੜੀ ਅਵਸਥਾ ਤੱਕ ਪਹੁੰਚਣਾ ਪਏਗਾ? ਔਰ ਜਦੋਂ ਪਹੁੰਚਣ ਦੀ ਗੱਲ ਆਉਂਦੀ ਹੈ ਤਾਂ ਫਿਰ ਇੱਥੇ ਦੱਸ ਦੇਣਾ ਚਾਹਾਂਗੇ ਕਿ ਅਗਰ ਅਸੀਂ ਪਰਮਾਤਮਾ ਨੂੰ ਪਾਣਾ ਹੈ ਤਾਂ ਸਾਨੂੰ ਕਿੱਥੇ ਪਹੁੰਚਣਾ ਪੈਣਾ ਹੈ। ਤਾਂ ਜਦੋਂ ਪਹੁੰਚਣ ਦੀ ਗੱਲ ਆਉਂਦੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਾਹਰ ਕਿਤੇ ਪਹੁੰਚਣਾ ਹੈ, ਬਾਹਰ ਕਿਤੇ ਜਾਣਾ ਹੈ। ਬਾਹਰ ਜਾਣ ਦਾ ਮਤਲਬ ਸਮਝਦੇ ਹੋ ਨਾ, ਕਿ ਬੰਦਾ ਕਹੇ ਮੈਂ ਹੁਸ਼ਿਆਰਪੁਰ ਬੈਠਾ, ਦਿੱਲੀ ਜਾਣਾ ਹੈ, ਬੰਬੇ ਜਾਣਾ ਹੈ, ਜਾਂ ਕਿਤੇ ਬਾਹਰਲੀ ਕੰਟਰੀ ਜਾਣਾ ਹੈ। ਨਹੀਂ, ਕਿੱਥੇ ਪਹੁੰਚਣਾ ਹੈ, ਇਹ ਬਾਹਰ ਦੀ ਗੱਲ ਨਹੀਂ ਹੈ। ਕਿੱਥੇ ਪਹੁੰਚਣਾ ਹੈ? ਪਹੁੰਚਣ ਦਾ ਜਦੋਂ ਪਰਮਾਤਮਾ ਦੀ ਤਰਫ ਇਸ਼ਾਰਾ ਹੁੰਦਾ ਹੈ ਕਿ ਜੇ ਪਰਮਾਤਮਾ ਨੂੰ ਪਾਣਾ ਹੈ ਤਾਂ ਕਿੱਥੇ ਪਹੁੰਚਣਾ ਹੈ, ਤਾਂ ਹੁਣ ਜ਼ਰਾ ਗੌਰ ਕਰੋ, ਇਹ ਇਸ਼ਾਰਾ ਅੰਦਰ ਦੀ ਤਰਫ ਹੈ ਕਿ ਅੱਜ ਤੂੰ ਜਿੱਥੇ ਖੜਾ ਹੈ, ਅੱਜ ਤੂੰ ਜਿੱਥੇ ਬੈਠਾ ਆ, ਉੱਥੇ ਤੇਰੇ ਚਾਰੋਂ ਤਰਫ ਨਫ਼ਰਤ ਹੈ। ਚਾਰੋਂ ਤਰਫ ਨਫ਼ਰਤ ਦਾ ਮਤਲਬ ਇਹ ਨਹੀਂ ਕਿ ਦੁਨੀਆ ਤੇ ਨਫ਼ਰਤ ਹੈ। ਚਾਰੋਂ ਤਰਫ ਨਫ਼ਰਤ ਦਾ ਮਤਲਬ ਹੈ ਤੂੰ ਆਪਣੇ ਅੰਦਰ ਨਫ਼ਰਤ ਲੈ ਕੇ ਬੈਠਾ ਹੈ। ਅੱਜ ਤੂੰ ਆਪਣੇ ਅੰਦਰ ਜਿੱਥੇ ਇਸ ਵੇਲੇ ਤੂੰ ਬੈਠਾ ਹੈ, ਕ੍ਰੋਧ ਲੈ ਕੇ ਬੈਠਾ ਹੈ, ਈਰਖਾ ਲੈ ਕੇ ਬੈਠਾ ਹੈ। यानी तू जिस जगह इस वेले तेरी सुरती बैठी है, जिस जगह इस वेले तू बैठा है, उत्थे बैठ के तेरी मुलाकात कभी परमात्मा नाल नहीं हो सकती। अगर तू परमात्मा नाल मुलाकात करनी चाहता है, प्रभु नाल मुलाकात करनी चाहता है, तो तेनू इस जगह तो ऊपर उठना पएगा। समझदे हो कि नहीं? इसलिए पहुंचना कित्थे है? नफरत चों प्रेम की तरफ। और ਇਹ ਜਿਹੜੀ ਪਹੁੰਚ ਜਾਂ ਕਹਿ ਲਓ ਇਹ ਜਿਹੜੀ ਚਾਲ ਹੈ ਬਾਹਰ ਦੀ ਨਹੀਂ ਹੈ ਕਿ ਇੱਥੋਂ ਚੱਲ ਕੇ ਉੱਥੇ ਪਹੁੰਚੇ। ਇਹ ਚਾਲ ਅੰਦਰ ਦੀ ਹੈ ਕਿ ਆਪਣੀ ਸੋਚ ਨੂੰ ਨਫ਼ਰਤ ਚੋਂ ਉਠਾ ਕੇ ਪ੍ਰੇਮ ਵਿੱਚ ਲਿਆਉਣਾ ਹੈ। ਜਿੱਥੇ ਅੱਜ ਸਾਡੇ ਅੰਦਰ ਨਫ਼ਰਤ ਹੈ, ਵੈਰ ਵਿਰੋਧਤਾ ਹੈ, ਊਚ ਨੀਚ ਦੀ ਭਾਵਨਾ ਹੈ, ਹੁਣ ਇਹ ਭਾਵਨਾ ਚੋਂ ਆਪਣੀ ਸੁਰਤੀ ਨੂੰ ਉਠਾਉਣਾ ਹੈ ਕਿ ਹੁਣ ਮੈਂ ਕੋਈ ਨਫ਼ਰਤ ਨਹੀਂ ਕਰਨੀ, ਕੋਈ ਊਚ ਨੀਚ ਜਾਤ ਪਾਤ ਦੇ ਭੇਦਭਾਵ ਨਹੀਂ ਰੱਖਣੇ, ਹੁਣ ਮੈਂ ਕਿਸੇ ਨੂੰ ਉੱਚਾ ਜਾਂ ਨੀਵਾਂ ਨਹੀਂ ਸਮਝਣਾ, ਹੁਣ ਮੈਂ हर चीज तो ऊपर उठ के प्रेम दे विच शामिल हो चुका हाँ। और जिथे प्रेम है उत्थे ही तो परमात्मा नाल मुलाकात होएगी, क्योंकि परमात्मा नूं की कहा जाता है? जरा सोचो, परमात्मा नूं प्रेम दा सागर भी कहा जाता है। कहा जाता कि नहीं कि परमात्मा तो प्रेम दा सागर है, प्रेम दा समुंदर है, या उन्होंने प्रेम दा भंडार कहा जाता है। हुण जरा समझण वाली गल है कि परमात्मा तो वाकई प्रेम का रूप है। हुण परमात्मा प्रेम का रूप है, परमात्मा प्रेम का सागर है। हुण परमात्मा प्रेम का सागर है, इसलिए उन्होंने आनंद भी कहा जाता है, परमानंद भी कहा जाता है। पर जदों गल इंसान की आती है तो जिद्दां किसी जीव ने सानू पुछया सी कि मालको तुसीं कहंदे आ जिन प्रेम कीओ तिन ही प्रभु पायो, कि प्रेम ही सानू परमात्मा नाल मिलांदा है, प्रेम ही सानू परमात्मा तक पहुँचाता है। पर मालको मैं तो जिहदे नाल प्रेम किया मैनू दुख ही मिलिया, मैं तो जिहदे नाल प्रेम किया मैनू तकलीफ ही मिली, मैं तो जिहदे नाल प्रेम किया मैनू परेशानी ही मिली। हुण जे वाकई प्रेम परमात्मा तक लैके जाता है तो मैनू तकलीफ क्यों मिली, मैनू दुख क्यों मिलिया, मैनू परेशानी क्यों मिली? हो सकता तुहाडे मन च भी ये सवाल होवे कि मैं उन्होंने प्रेम किया, उन्हें मेरा दिल तोड़ दिता, मैं तो मरनों बचिया, या मैं उन्होंने प्रेम किया उन्हें मैनू धोखा दे दिता तो मैं किन्ने दिन रोटी नहीं खाधी, या मेरी नींद उड़ गई, या मैनू आ तकलीफां दुखों का सामना करना पिया। कि जे प्रेम आनंद तक लैके जाता है तो फिर मैं जदों प्रेम किया तो मैनू दुख क्यों मिले? कईयां दे मन च सवाल होएगा। हुण जरा समझना, आ देखो उठ के हथ के मेरे मन च भी ये सवाल है, क्योंकि बहुत जीव ऐसे होंगे जिहदे मन च सवाल होएगा। तो अज थोड़ा जिहा समझ लईए कि प्रेम सानू आनंद तक लैके जाता है, प्रेम सानू परमात्मा नाल जोड़ता है। पर जे प्रेम सानू तकलीफ दे रहा है, जे प्रेम सानू दुख दे रहा है, तो इसदा मतलब हाले असी प्रेम नू समझे ही नहीं है। तां ही तो असीं कहा सी अज समझना है कि व्हाट इज रियल लव, असली प्यार किहड़ा है, किहनूं कहंदे हो असली प्यार? अज इंसान नू सही मायने च प्यार का ही पता नहीं है कि प्यार का मतलब की है। अज इंसान जिसनू प्यार कहता है वो दरअसल प्यार नहीं है, ताही तो इंसान दुखी है, ताही तो इंसान परेशान है, ताही तो इंसान दे दिल टुटते हैं, क्योंकि इंसान सही प्यार नू हाले तक समझ ही नहीं पाया। इसलिए अज पहला थोड़ा जिहा प्यार नू ही समझ लईए, फिर अगले स्टैप भी दसांगे
ਕਿ ਜੇ ਜੀਵਨ ਨੂੰ ਸਫਲ ਬਣਾਉਣਾ ਹੈ, ਜੀਵਨ ਨੂੰ ਪਰਮਾਨੰਦ ਨਾਲ ਭਰਪੂਰ ਕਰਨਾ ਹੈ, ਜੀਵਨ 'ਚ ਕਾਮਯਾਬੀ ਪ੍ਰਾਪਤ ਕਰਨੀ ਹੈ, ਤਾਂ ਸਾਨੂੰ ਜੀਵਨ 'ਚ ਕੁਝ ਚੀਜ਼ਾਂ ਨੂੰ ਅਪਣਾਉਣਾ ਪਏਗਾ। ਕੁਝ ਸਟੈਪ ਆਪਣੇ ਜੀਵਨ 'ਚ ਉਠਾਣੇ ਪੈਣਗੇ ਸਾਨੂੰ, ਕਿ ਉਹ ਸਟੈਪ ਬਾਈ ਸਟੈਪ, ਜਿੱਦਾਂ ਬੰਦਾ ਇੱਕ ਪੌਡਾ, ਦੂਜਾ ਪੌਡਾ, ਤੀਜਾ ਪੌਡਾ ਪੈਰ ਰੱਖਦਾ ਚਲਾ ਜਾਂਦਾ ਹੈ ਤਾਂ ਫਿਰ ਛੱਤ ਤੱਕ ਪਹੁੰਚ ਜਾਂਦਾ ਹੈ। ਇसी तरह जीवन च कुछ स्टैप ऐसे है कि अगर तुसी उन्हां नूं समझ के वो स्टैप उठाने शुरू कर दिते तो तुसी भी परमात्मा रूपी वो मंजिल तक, वो खुशियां तक, वो आनंद तक जरूर पहुंच जाओगे। पर पहला प्रेम नहीं समझ लीजिए कि परमात्मा प्रेम करता है तो परमानंद है, बंदा प्रेम करता तो बंदा दुखी है। फर्क की है? फर्क की है? परमात्मा प्रेम करता तो आनंद है, उन्होंने परमानंद किया। बंदा कहता मैं जिन्ना प्रेम किया मैनू अग्यों की मिलिया? दुख ही मिलिया। तो हुण जे प्रेम करके दुख मिलिया तो याद रखो फिर मतलब हाले प्रेम तुसी कीता ही नहीं है, हाले प्रेम नूं तुसी समझिया ही नहीं है। तुसी नाम लै रहे हो प्रेम, पर हाले तुसी प्रेम नूं समझे नहीं हो। हुण प्रेम नूं समझण तो पहला सानू परमात्मा दे प्रेम नूं पहला समझना पएगा, क्योंकि जिन्हों कहा गया है कि प्रेम दा सागर, या जीसस क्राइस्ट ने कहा कि लव इज गॉड, कि प्रेम ही परमात्मा है। पहला परमात्मा दे प्रेम नूं समझ लईए और फिर उस तो बाद इंसान दे प्रेम नूं समझांगे। और इनू समझदियां समझदियां परमात्मा दा प्रेम की है, इंसान दा प्रेम की है, इनू समझदियां समझदियां तुहानूं आप ही फिर पता लग जाएगा कि परमात्मा दा प्रेम आनंद क्यों है तो बंदे दा प्रेम दुखी क्यों कर दिंदा है। क्योंकि जदों चीज़ खुलती है ना साडे सामने फिर पता लग जाता है कि असीं प्रेम किहनूं समझ के बैठे हैं और प्रेम है की। जिद्दां कोई बंदा पित्तल नूं सोना समझ के बैठे तो पित्तल दी गहने गल च पाई जाए, पित्तल नूं ही कही जाए मेरे को तो सोना है, पर बाद चों कोई पारखी मिलता है कि भाई जिन्हों सोना समझ के गल ना लाया है ये तो पित्तल है, तो फिर बंदा दुखी होता है। इसी तरह प्रेम सही मायने च की है, असली प्रेम की है, इसनूं जानण वास्ते सब तो पहला प्रभु दे प्रेम नूं समझिए कि परमात्मा ने इस संसार नूं बनाया, ये दुनिया नूं बनाया, क्योंकि परमात्मा ने हर चीज़ प्रेम चों पैदा की। समझदे हो कि नहीं? हर चीज़ प्रेम चों पैदा की। जे अज तुसीं भी इत्थे बैठे हो ना तो तुसीं भी प्रेम तो ही जन्म लिया है, क्योंकि माता पिता ने प्रेम किया सी तां ही अगे इंसान नूं जीवन मिलिया, ये जिंदगी मिली। अगर फुल भी खिलते हैं या पेड़ां ते फल भी लगते हैं, ये सारा प्रेम का ही जरा गौर करना नतीजा है, क्योंकि वो परमात्मा सारी कुदरत नूं, सारे संसार नूं प्रेम नाल ही तां चला रहा है। हर चीज़ परमात्मा ने प्रेम नाल बनाई, धरती नूं बनाया, चंद सूरज सितारे बनाए, फिर परमात्मा ने पेड़ पौधों नूं प्रेम नाल पैदा किया। अज पेड़ तुसीं देखदे हो परमात्मा इन्हां नूं बड़ा प्रेम करता है, इसलिए तो ये पेड़ां ते मिठे फल लगते हैं। ये मिठे फल ही इहदी निशानी है कि परमात्मा इन्हां नाल प्रेम कर रहा है। इन्हां ते रंग बिरंगे फुल लगते हैं और कितनी प्यारी महक हुंदी है इन्हां फुल्लां दे अंदर, ये निशानी है कि परमात्मा कितना प्रेम करता है। फिर परमात्मा ने जानवर बनाए, जरा हुण गौर करो, परमात्मा ने जे जानवर बनाए तो हुण ध्यान देना, जानवर बनाए तो जानवरां नूं परमात्मा ने हर चीज़ जिहड़ी उन्हां दी खुराक सी या जो भी उन्हां दी जरूरत सी वो परमात्मा ने पहले ही बनाई, क्योंकि यही तो प्रेम हुंदा है। यही तो प्रेम हुंदा है जिथे दूजे की फिक्र हुंदी है, दूजे की केयर करन दी, यानी दूजे की चिंता हुंदी है, दूजे की केयर हुंदी है कि भाई इहनूं कोई तकलीफ ना होवे। इसलिए परमात्मा ने देखो पंछी बनाए, पंछियां नूं पर दिते तो पंछी इन्हां परां नाल, और परमात्मा ने खुला आकाश भी बना दिता कि जिथे मर्जी चाहें उड़, जेड़े पेड़ ते मर्जी चाहें बैठ। समझदे हो कि नहीं? हर चीज़ नूं तुसीं गौर नाल देखो। जे परमात्मा ने कुत्ते नूं पैदा किया, एक बिल्ली नूं पैदा किया, एक चिड़ी नूं पैदा किया, एक कां नूं पैदा किया, एक गाऊं नूं पैदा किया, शेर चीता कुछ भी पैदा कीते, तो परमात्मा ने नाल नाल उन्हां नूं आज़ादी दित्ती कि घुमो फिरो जिथे मर्जी बैठो। एक फ्रीडम दिता उन्हां नूं। फ्रीडम का मतलब समझदे हो ना? एक आज़ादी दित्ती उन्हां नूं कि परमात्मा ने कोई नियम नहीं रखिया चिड़ियां नूं कि तू इसी पेड़ ते बैठना है, इसी पेड़ तो खाना, उस पेड़ ते नहीं बैठना। कहंदे सारा संसार मैं तेरे वास्ते बनाया है, तू जिथे दिल करे दाना चुग, जिथे दिल करे फल खा, क्योंकि मैं तेरे नाल हां, तैनूं रिज़्क देण वाला।
परमात्मा ने मछली नूं बनाया तो देखो मछली नूं बनाया तो ਉਹਦੇ वास्ते पानी किन्ना रखिया कि इन्ना क रखिया नहीं। सागर किड्डा विशाल है या नदियां दे विच या बड़े बड़े तलाबां दे विच बड़ियां बड़ियां झीलां दे विच मछलियां तैर रही है, कोई इधर जा रही कोई उधर जा रही, क्योंकि परमात्मा ने उन्होंने पैदा किया और पैदा करके पता सी इन्होंने खुला आसमान नहीं खुला पानी चाहिए है, इसलिए उन्होंने वो जल दिता ताकि इन्होंने कोई कमी ना आवे। हुण जरा समझना कि परमात्मा ने जिस चीज नूं भी बनाया उस चीज नूं बना के प्रभु ने इन्ना प्यार किया, इन्नी मुहब्बत की कि उन्होंने हर तरह नाल खुशी देने की कोशिश की, हर तरह नाल आज़ादी देने की कोशिश की कि मैं तेनू बहुत प्यार करता हाँ, इसलिए तू खुश रह। इसलिए परमात्मा तुहानू भी बहुत प्यार करता है, ताही तां बंदे नू भी जदों परमात्मा ने बनाया तो तुहाडे ते कोई परमात्मा ने सीमा लागू नहीं कीतियां कि तू आ करना है तू वो करना है। हाँ ये तेरी मर्जी है, तू उन्होंने याद कर ना कर, उन्हें कोई तेरे ते कंडीशन नहीं लाई हुई कि तू आही करना है। समझदे हो कि नहीं? इसलिए परमात्मा ने इंसान नू भी बना के हर चीज की आज़ादी दी, हर चीज की तरफों उन्होंने आज़ाद किया। तो हुण ये प्रभु के प्रेम की गल सी, हुण आ जाइए इंसान के प्रेम ते कि जदों इंसान किसी चीज़ को प्रेम करता है तो इंसान की करता है। हुण फर्ज करो इंसान नू कोई तोता पसंद आ जाता है, आई लव पैरट, तो बंदा की करता है पैरट नू पिंजरे च बंद करता है। मैं इनू प्यार करदा हाँ, इनू मैं प्यार करदा पर मेरी मर्जी तो बिना इधर उधर नहीं जा सकता, रहना मेरे कोल ही चाहिए है। इंसान जिसनों भी प्रेम करता है इंसान उसनों एक बंधन के अंदर बंध दिंदा है, और परमात्मा जिसनों भी प्रेम करता है परमात्मा नू पूरी तरह आजाद करता है, फ्रीडम दिंदा है कि ऐ प्यारिया तू खुश रह। इंसान एक जानवर नू प्रेम करता है, कुत्ते नू प्रेम करता है तो कुत्ते नू की करता है, संगली पा के अपने खूंडे नाल बन लैंदा है, ये मेरा कुत्ता है जाना नहीं चाहिए किते। समझदे हो कि नहीं? इंसान मछली ना प्रेम करता है तो एडे बड़े समुद्र चों कढ़ के नदियां चों कढ़ के उन्हें एक छोटे जे टब च बन दिंदा है। टब देखते हो ना तुसीं, उन्होंने एक्वेरियम शायद इदा कुछ कह देंगे है कि छोटा जिहा पोट हुंदा है कच का जिहदे च पानी हुंदा है तो मछलियां रंग बिरंगियां उह च तैरदियां है, क्योंकि बंदा कहता मेरियां प्यारियां मछलियां नूं इत्थे। जरा ध्यान देने वाली गल है, जे बंदा पंछियां नूं प्रेम करता है कि लव वर्ड, तो उन्होंने भी पिंजरे च बंद करके घर रख लेंदा है। जरा समझना सारिਆਂ ने। हुण गल आ गई पंछियां दी, पिंजरे च बंद है, गल आ गई मछलियां दी, ओह तुसीं देखदे हो कि पॉट च बंद हो जांदियां या फिर एक्वेरियम जो भी हुंदा है उह च बंद करके रख लेंदे है, या तुसीं कुत्ते नूं देखदे हो पिंजरिਆਂ च रखिया जांदा है। इत्थे तक कि इंसान नूं शेर चीते पसंद आते तो उन्होंने भी सर्कस अंदर या अजायब घर चिड़िया के अंदर चिड़िया घर के अंदर जाके बंद कर लेंदा है कि लै भी शेर मैनू पसंद है, रख लिया मैनू पिंजरे च, मैनू आ फलाना हाथी पसंद है, रख लिया इनू, पैर नू संगल बन के कर दिता खड़ा इनू। जिथे इंसान के प्रेम की गल आती ना, तुसीं देखोगे जिहड़ी चीज़ नू इंसान प्रेम करता इंसान उन्होंने हमेशा बन्नण की कोशिश करता है, और ये बंधन ही इंसान के सारे दुखों का कारण है। हुण जदों गल आ जाती है जानवरों की, पशुओं पंछियों की, उन्होंने भी इंसान बंधन के अंदर रखता है, तो जदों गल आ जाती इंसान की, मेरी पत्नी है, मेरा पति है, मेरा बेटा है या मेरा फलाना रिश्तेदार है, तो तुसीं देखो उत्थे भी इंसान गल च रस्सी तो नहीं पांदा, पैरां च रस्सी तो नहीं पांदा, पर उत्थे भी इंसान इन्ने बंधन चारों पासे खड़े कर दिंदा है कि तू इत्थे नहीं जाना, तू उत्थे नहीं जाना, तू इहनूं नहीं मिलना, उहनूं नहीं मिलना, इत्थे नहीं खाना, उत्थे नहीं खाना। उत्थे भी इंसान जिहनूं प्रेम करता है उहनूं एक बंधन च रख दिंदा है। हुण इंसान दुखी क्यों हुंदा है? क्योंकि इंसान नूं परमात्मा ने बनाया है आजाद होने वास्ते, फ्रीडम वास्ते, पर जदों उन्होंने किसी बंधन अंदर रखिया जाता है तो फिर की हुंदा है, जेड़ा उन्होंने बन्नण की कोशिश करता है ना, इंसान के हिरदे चों उहदा प्रेम घटना शुरू हो जाता है। जदों प्रेम घटना शुरू हो जाता है वो फिर अपनी मर्जी यानी वो फ्रीडम चाहता है कि मैं आजाद होवां, तो यह बंदा दुखी हुंदा है कि लै वो तो हुण मेरी गल नहीं मनदा, या जो मैं कहंदा वो करदा नहीं है, या वो मेरी सुनदा नहीं है।
ਫਿਰ ਇਨਸਾਨ ਇਹ ਚੀਜ਼ ਨੂੰ ਲੈ ਕੇ ਦੁਖੀ ਹੁੰਦਾ ਕਿ ਮੈਂ ਉਹਨੂੰ ਇੰਨਾ ਪ੍ਰੇਮ ਕਰਦਾ ਪਰ ਮੈਨੂੰ ਅੱਗਿਓਂ ਦੁੱਖ ਦੇ ਰਿਹਾ ਹੈ, ਪਰੇਸ਼ਾਨ ਕਰ ਰਿਹਾ ਹੈ। ਹੁਣ ਇਹ ਦੁੱਖ ਦਾ ਕਾਰਨ ਕੀ ਹੈ? ਅਗਰ ਦੇਖਿਆ ਜਾਵੇ ਤਾਂ ਜੇ ਪ੍ਰੇਮ ਨੂੰ ਸਹੀ ਮਾਇਨੇ ਸਮਝਣਾ ਹੋਵੇ ਨਾ ਤਾਂ ਕਿਹਾ ਜਾ ਸਕਦਾ ਕਿ ਲਵ ਇਜ਼ ਫਰੀडम। ਪ੍ਰੇਮ ਆਜ਼ਾਦੀ ਹੈ, ਸਮਝਦੇ ਹੋ ਕਿ ਨਹੀਂ? ਪਰ ਆਜ਼ਾਦੀ ਦਾ ਮਤਲਬ ਵੀ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਫਰੀडम ਦਾ ਮਤਲਬ, ਆਜ਼ਾਦੀ ਦਾ ਮਤਲਬ ਕੀ ਹੈ? ਆਜ਼ਾਦੀ ਵੀ ਇਨਸਾਨ ਨੂੰ ਪਰਮਾਤਮਾ ਨੇ ਦਿੱਤੀ ਹੈ, ਪਰ ਨਾਲ ਕੁਝ ਨਿਯਮ ਵੀ ਬਣਾਏ ਹੈ ਕਿ ਇਹ ਪਿਆਰਿਆ ਮੈਂ ਤੈਨੂੰ ਆਜ਼ਾਦੀ ਦੇ ਰਿਹਾ ਪਰ ਨਿਯਮ ਅੰਦਰ ਚਲੇਗਾ ਤਾਂ ਤੇਰੇ ਜੀਵਨ 'ਚ ਖੁਸ਼ੀਆਂ ਰਹਿਣਗੀਆਂ, ਔਰ ਅਗਰ ਤੂੰ ਆਜ਼ਾਦੀ ਦਾ ਗਲਤ ਇਸਤੇਮਾਲ ਕਰੇਗਾ ਤਾਂ ਫਿਰ ਉਹ ਆਜ਼ਾਦੀ ਤੇ ਤੋਂ ਖੋ ਵੀ ਲਈ ਜਾਏਗੀ। ਸਮਝਦੇ ਹੋ ਕਿ ਨਹੀਂ? ਕਿਉਂਕਿ ਸਮਾਜ ਨੂੰ ਲੈ ਕੇ ਕੁਝ ਨਿਯਮ, ਸੰਸਾਰ ਨੂੰ ਲੈ ਕੇ ਕੁਝ ਨਿਯਮ ਪਰਮਾਤਮਾ ਨੇ ਜਾਂ ਪ੍ਰਭੂ ਨੇ ਜਾਂ ਗੁਰੂਆਂ ਰਹਿਬਰਾਂ ਨੇ ਬਣਾਏ ਹੋਏ ਆ, ਕਿਉਂਕਿ ਪਤਾ ਹੈ ਕਿ ਇਸ ਸੰਸਾਰ ਤੇ ਸਿਰਫ ਇੱਕ ਇਨਸਾਨ ਨਹੀਂ ਰਹਿੰਦਾ, ਇਸ ਸੰਸਾਰ ਤੇ ਲੱਖਾਂ ਲੋਕ ਰਹਿੰਦੇ ਹੈ। ਅਗਰ ਇੱਕ ਇਨਸਾਨ ਹੋਵੇ ਤਾਂ ਫਿਰ ਨਿਯਮ ਦੀ ਲੋੜ ਨਹੀਂ ਸੀ, ਪਰ ਜਦੋਂ ਅਰਬਾਂ ਖਰਬ ਇਨਸਾਨ ਰਹਿ ਰਹੇ ਹੈ ਤਾਂ ਉਹਨਾਂ ਨੂੰ ਚਲਾਉਣ ਵਾਸਤੇ ਇੱਕ ਨਿਯਮ ਤਾਂ ਬਣਾਉਣਾ ਹੀ ਪੈਣਾ ਹੈ। ਜੇ ਤੁਹਾਨੂੰ ਫਰਜ਼ ਕਰੋ ਰੋਡ ਤੇ ਚੱਲਣਾ ਹੈ ਤਾਂ ਨਿਯਮ ਤਾਂ ਬਣਾਉਣਾ ਹੀ ਪੈਣਾ ਕਿ ਲੈਫਟ ਹੈਂਡ ਚਲੋ। ਜੇ ਹੁਣ ਬੰਦਾ ਕਹੇ ਨਿਯਮ ਹੈ ਨਹੀਂ, ਮੈਂ ਸੱਜੇ ਚਲਾਵਾਂ ਖੱਬੇ ਚਲਾਵਾਂ, ਤਾਂ ਫਿਰ ਤਾਂ ਰੋਜ਼ ਹੀ ਐਕਸੀਡੈਂਟ ਹੋਣ। ਸਮਝਦੇ ਹੋ ਕਿ ਨਹੀਂ? ਟ੍ਰੈਫਿਕ ਦੇ ਨਿਯਮ, ਕਾਨੂੰਨ ਦੇ ਨਿਯਮ, ਸੋ ਨਿਯਮ ਬਣਾਉਣਾ ਇੱਕ ਅਲੱਗ ਚੀਜ਼ ਹੈ। ਪਰ ਜਦੋਂ ਅਸੀਂ ਪ੍ਰੇਮ ਨੂੰ ਲੈ ਕੇ, ਆਨੰਦ ਨੂੰ ਲੈ ਕੇ ਕੁਝ ਸਮਝਣਾ ਹੋਵੇ ਤਾਂ ਇਹ ਗੱਲ ਯਾਦ ਰੱਖੋ ਕਿ ਪ੍ਰੇਮ ਦਾ ਮਤਲਬ ਕੀ ਹੈ ਕਿ ਮੈਂ ਆਪਣੇ ਪਿਆਰੇ ਤੇ ਕੋਈ ਬੰਧਨ ਨਹੀਂ ਰੱਖਣਾ। ਹੁਣ ਫਰਜ਼ ਕਰੋ ਤੁਹਾਡਾ ਪਿਆਰਾ ਤੁਹਾਡੇ ਨਾਲ ਬੜਾ ਪਿਆਰ ਕਰਦਾ ਹੈ, ਉਹਦੇ ਹਿਰਦੇ 'ਚ ਤੁਹਾਡਾ ਬੜਾ ਪ੍ਰੇਮ ਹੈ, ਪਰ ਤੁਸੀਂ ਸ਼ਰਤਾਂ ਲਾਓ, ਉਧਰ ਨਹੀਂ ਦੇਖਣਾ, ਉਧਰ ਨਹੀਂ ਦੇਖਣਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਜਦੋਂ ਇਦਾਂ ਦੀ ਬੰਦਿਸ਼, ਉਹ ਕਹੇਗਾ ਭਾਈ ਮੈਂ ਤੈਨੂੰ ਬੜਾ ਪ੍ਰੇਮ ਕਰਦਾ, ਤਾਂ ਫਿਰ ਬੰਦਿਸ਼ਾਂ ਕਿਉਂ? ਤੈਨੂੰ ਯਕੀਨ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮੈਂ ਤੇਰੇ ਨਾਲ ਆ। ਪਰ ਫਿਰ ਵੀ ਜਦੋਂ ਇਨਸਾਨ ਬਾਰ-ਬਾਰ ਸ਼ੰਕਾ ਕਰੇ ਜਾਂ ਉੱਤੇ ਬੰਧਨ ਲਾਈ ਜਾਵੇ ਤਾਂ ਪ੍ਰੇਮ ਹੌਲੀ-ਹੌਲੀ ਖਤਮ ਹੋ ਜਾਂਦਾ ਹੈ। ਤਾਂ ਹੀ ਤਾਂ ਅੱਜ ਤੁਸੀਂ ਦੇਖਦੇ ਹੋ ਕਿ ਇੱਕ ਗੱਲ ਦੀ ਤੁਸੀਂ ਸੋਚ ਵਿਚਾਰ ਕਰਕੇ ਇੱਕ ਗੱਲ ਦਾ ਜਵਾਬ ਦੇਣਾ, ਸਾਨੂੰ ਜਵਾਬ ਦਊਂਗੇ ਕਿ ਨਹੀਂ? ਅੱਜ ਤੱਕ ਕਿਸੇ ਪਸ਼ੂ ਪੰਛੀ ਨੇ, ਕਿਸੇ ਚੀਜ਼ ਨੇ ਉਹ ਪਰਮਾਤਮਾ ਨਾਲੋਂ ਤਾਲੁਕ ਖਤਮ ਕੀਤਾ? ਜਾਂ ਤੁਸੀਂ ਪਰਮਾਤਮਾ ਨਾਲੋਂ ਤਾਲੁਕ ਖਤਮ ਕੀਤਾ? ਨਹੀਂ। ਕਿਉਂ ਨਹੀਂ ਕੀਤਾ? ਕਿਉਂਕਿ ਤੁਹਾਨੂੰ ਪਤਾ ਉਹ ਪਰਮਾਤਮਾ ਮੈਨੂੰ ਸਭ ਕੁਝ ਦੇ ਰਿਹਾ, ਆਜ਼ਾਦੀ ਦੇ ਰਿਹਾ, ਤਾਂ ਮੈਂ ਉਹਦੇ ਨਾਲ ਟੁੱਟ ਕਦੀ ਸਕਦਾ ਨਹੀਂ। ਪਰ ਪਤੀ ਪਤਨੀ ਡਿਵੋਰਸ ਕਿਉਂ ਹੋ ਜਾਂਦੇ? ਕਿਉਂ ਰਿਸ਼ਤੇ ਟੁੱਟ ਜਾਂਦੇ ਹੈ? ਮਾਤਾ ਪਿਤਾ ਤੋਂ ਬੱਚੇ ਕਿਉਂ ਦੂਰ ਹੋ ਜਾਂਦੇ ਹੈ? ਭਰਾਵਾਂ ਤੋਂ ਭਰਾ ਕਿਉਂ ਦੂਰ ਹੋ ਜਾਂਦੇ ਹੈ? ਕਾਰਨ ਕੀ ਹੈ? ਜਦੋਂ ਇੱਕ ਦੂਜੇ ਨੂੰ ਬੰਨਣਾ ਚਾਹੁੰਦਾ ਹੈ ਤਾਂ ਫਿਰ ਉੱਥੇ ਗੱਲ ਸ਼ੁਰੂ ਹੋ ਜਾਂਦੀ ਹੈ ਝਗੜੇ ਦੀ, ਪਰੇਸ਼ਾਨੀ ਦੀ, ਤਕਲੀਫਾਂ ਦੀ ਔਰ ਦੁੱਖਾਂ ਦੀ। ਸਮਝ ਰਹੇ ਹੋ ਕਿ ਨਹੀਂ? ਇਸ ਲਈ ਕਿਹਾ ਜਾਂਦਾ ਹੈ ਕਿ ਪ੍ਰੇਮ ਦਾ ਮਤਲਬ ਹੈ ਫਰੀडम। ਫਰੀडम ਦਾ ਮਤਲਬ ਕਿ ਮੈਂ ਆਪਣੇ ਪ੍ਰੇਮ ਤੇ ਵਿਸ਼ਵਾਸ ਰੱਖਣਾ ਹੈ, ਆਪਣੇ ਪ੍ਰੇਮ ਨਾਲ ਪ੍ਰੇਮ ਕਰਨਾ ਹੈ। ਉੱਤੇ ਐਵੇਂ ਪਾਬੰਦੀਆਂ ਨਹੀਂ ਲਾਈ ਜਾਣੀਆਂ, ਐਵੇਂ ਸਖਤੀ ਨਹੀਂ ਕਰੀ ਜਾਣੀ। ਤੂੰ ਆਹ ਰੰਗ ਪਾਣਾ ਹੈ, ਤੂੰ ਆਹੀ ਚੀਜ਼ ਖਾਣੀ ਹੈ, ਤੂੰ ਆਹ ਚੀਜ਼ ਕਰਨੀ ਹੈ, ਤੂੰ ਇੱਥੇ ਨਹੀਂ ਖੜਨਾ, ਤੂੰ ਉੱਥੇ ਨਹੀਂ ਖੜਨਾ। ਜਦੋਂ ਅਸੀਂ ਇਹ ਸ਼ਰਤਾਂ ਲਾਣੀਆਂ ਸ਼ੁਰੂ ਕਰ ਦਿੰਦੇ ਹਾਂ ਤਾਂ ਅਸੀਂ ਜੋ ਕੁਦਰਤ ਦਾ ਨਿਯਮ ਹੈ, ਕਿਉਂਕਿ ਕੁਦਰਤ ਨੇ ਸਾਨੂੰ ਬਣਾਇਆ ਹੈ ਇਸ ਨਜ਼ਰੀਏ ਦੇ ਨਾਲ, ਤਾਂ ਹੀ ਤਾਂ ਤੁਸੀਂ ਦੇਖਦੇ ਹੋ ਜਿੰਨਾ ਜ਼ਿਆਦਾ ਇਨਸਾਨ ਪਰਮਾਤਮਾ ਦੇ ਨੇੜੇ ਹੁੰਦਾ ਚਲਾ ਜਾਂਦਾ ਹੈ, ਉਨਾ ਹੀ ਇਨਸਾਨ ਦੀਆਂ ਹੱਦਾਂ ਕੀ ਹੁੰਦੀਆਂ ਹੈ? ਖਤਮ ਹੁੰਦੀਆਂ ਚਲੀਆਂ ਜਾਂਦੀਆਂ ਹੈ। ਉਨੀਆਂ ਇਨਸਾਨ ਦੀਆਂ ਹੱਦਾਂ ਟੁੱਟਦੀਆਂ ਚਲੀਆਂ ਜਾਂਦੀਆਂ। ਫਿਰ ਇਨਸਾਨ ਨਾ ਜਾਤ ਨੂੰ ਮੰਨਦਾ ਹੈ, ਨਾ ਪਾਤ ਨੂੰ ਮੰਨਦਾ ਹੈ ਕਿ ਕਿਹਦੀ ਜਾਤੀ ਕੀ ਹੈ, ਕਿਹਦਾ ਧਰਮ ਕੀ ਹੈ। ਉਸ ਵੇਲੇ ਨਾ ਅਮੀਰ ਰਹਿ ਜਾਂਦਾ, ਨਾ ਗਰੀਬ ਰਹਿ ਜਾਂਦਾ, ਨਾ ਕੋਈ ਉੱਚਾ ਰਹਿ ਜਾਂਦਾ, ਨਾ ਕੋਈ ਨੀਵਾਂ ਰਹਿ ਜਾਂਦਾ। ਕਿਉਂਕਿ ਫਿਰ ਉਸ ਵੇਲੇ ਕੀ ਹੁੰਦਾ ਹੈ? ਉਹਨੂੰ ਤਾਂ ਚਾਰੋਂ ਪਾਸੇ ਆਪਣਾ ਪਿਆਰਾ ਹੀ ਨਜ਼ਰ ਆਉਂਦਾ ਹੈ ਕਿ ਹਰ ਜਗ੍ਹਾ ਮੇਰਾ ਪਿਆਰਾ ਹੀ ਹੈ। ਇਸ ਲਈ ਜਿਹਨੂੰ ਵੀ ਤੁਸੀਂ ਪ੍ਰੇਮ ਕਰੋ ਨਾ ਤਾਂ ਫਿਰ ਬਸ ਪ੍ਰੇਮ ਕਰੋ। ਤੁਹਾਨੂੰ ਆਪਣੇ ਪ੍ਰੇਮ ਤੇ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਕਿ ਮੈਂ ਇਹਨੂੰ ਇੰਨਾ ਪ੍ਰੇਮ ਕਰਦਾ ਆ ਕਿ ਮੈਨੂੰ ਪੂਰਾ ਯਕੀਨ ਹੈ। ਇਸ ਲਈ ਬੰਦਿਸ਼ ਲਾਉਣ ਦੀ ਲੋੜ ਨਹੀਂ, ਕਿਉਂਕਿ ਪਤਾ ਮੈਂ ਇਹਨੂੰ ਇੰਨਾ ਪ੍ਰੇਮ ਕਰਦਾ ਹੈ, ਮੇਰੇ ਪ੍ਰੇਮ ਨੇ ਇਹਨੂੰ ਸਦਾ ਮੇਰੇ ਨਾਲ ਜੋੜ ਕੇ ਰੱਖਣਾ ਹੈ। ਸਮਝ ਰਹੇ ਹੋ ਕਿ ਨਹੀਂ ਸਾਡੀ ਗੱਲ? ਇੱਕ ਹੁੰਦਾ ਹੈ ਕਿਸੇ ਨੂੰ ਗਲ 'ਚ ਸੰਗਲੀ ਪਾ ਕੇ ਨਾਲ ਤੋੜਨਾ, ਇੱਕ ਹੁੰਦਾ ਉਹਨੂੰ ਪ੍ਰੇਮ ਹੀ ਇੰਨਾ ਕਰੋ ਕਿ ਆਪਣੇ ਆਪ ਹੀ ਤੁਹਾਡੇ ਮਗਰ ਚਲੇ ਕਿ ਜਿੰਨਾ ਪ੍ਰੇਮ ਇਹਦੇ ਕੋਲੋਂ ਮੈਨੂੰ ਮਿਲ ਰਿਹਾ ਹੋਰ ਕਿਤੇ ਮਿਲ ਹੀ ਨਹੀਂ ਸਕਦਾ। ਇੰਨਾ ਤੁਹਾਨੂੰ ਆਪਣੇ ਆਪ ਤੇ ਹੋਣਾ ਚਾਹੀਦਾ ਹੈ। ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ, ਇਹ ਗੱਲ ਸਮਝ ਲੈਣਾ ਅੱਛੀ ਤਰ੍ਹਾਂ कि ਤੁਹਾਨੂੰ प्रेम कित्थों मिलेगा। सब्सक्राइब कीजिए सर्व संध्या दरबार कांटिया शरीफ चैनल को
और बेल आइकन दबाइए मालिक जी की लेटेस्ट सत्संग की वीडियो को सबसे पहले देखने के लिए।